ਪਿਆਰੇ ਬੱਚਿਓ, ਆਪ ਸਭ ਨੂੰ ਆਪਣੀ ਪੰਜਾਬੀ ਦੀ ਅਧਿਆਪਕ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਆਪ ਸਭ ਦਾ 8ਵੀਂ ਜਮਾਤ ਸੈਸ਼ਨ 2020-2021 ਵਿੱਚ ਸਵਾਗਤ ਕਰਦੀ ਹਾਂ। ਆਸ ਕਰਦੀ ਹਾਂ ਤੁਸੀਂ ਸਭ ਸਿਹਤਮੰਦ ਹੋ ਅਤੇ ਘਰਾਂ ਵਿੱਚ ਰਹਿ ਕੇ ਵੀ ਆਪਣੀ ਪੜ੍ਹਾਈ ਵੱਲ ਧਿਆਨ ਦੇ ਰਹੇ ਹੋ। ਅੱਜ ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਨਿੱਕੇ ਨਿੱਕੇ ਖੰਭ ਦਾ ਪਹਿਲਾ ਪਾਠ ਪੜ੍ਹਾਂਗੇ, ਜਿਸ ਦਾ ਨਾਂ ਹੈ ਮਾਂ ਬੋਲੀ। ਇਹ ਇੱਕ ਕਵਿਤਾ ਹੈ ਜਿਸ ਦੇ ਕਵੀ ਹਨ ਸੁਭਾਸ਼ ਗੁਪਤਾ ਜੀ। ਮਾਂ ਉਹ ਸ਼ਖਸ ਹੈ ਜਿਸ ਦੀ ਛਾਂ ਵਿੱਚ ਹਰ ਇੱਕ ਬੱਚਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਬੋਲੀ ਸ਼ਬਦ ਤੋਂ ਭਾਵ ਜਿਸ ਵਿੱਚ ਅਸੀਂ ਆਪਣੇ ਮਨ ਦੇ ਭਾਵ, ਆਪਣੇ ਵਿਚਾਰ ਬੋਲ ਕੇ ਇੱਕ ਦੂਜੇ ਸਾਹਮਣੇ ਪ੍ਰਗਟ ਕਰਦੇ ਹਾਂ, ਉਸ ਨੂੰ ਬੋਲੀ ਆਖਦੇ ਨੇ। ਸੋ ਸਾਡੀ ਮਾਂ ਬੋਲੀ ਪੰਜਾਬੀ, ਅਸੀਂ ਪੰਜਾਬ ਦੇ ਵਾਸੀ ਹਾਂ, ਸਾਡੀ ਮਾਂ ਬੋਲੀ ਪੰਜਾਬੀ ਹੈ ਤੇ ਪੰਜਾਬੀ ਦੀ ਇੱਕ ਲਿਪੀ ਹੈ ਗੁਰਮੁਖੀ। ਪੰਜਾਬੀ ਵਿੱਚ ਊੜਾ ਐੜਾ ਲਿਖਿਆ ਜਾਂਦਾ ਹੈ, ਜਿਸ ਨੂੰ ਅਸੀਂ 35 ਅੱਖਰੀ ਵੀ ਕਹਿੰਦੇ ਹਾਂ। ਚਲੋ ਅਸੀਂ ਆਪਣੀ ਕਵਿਤਾ ਤੇ ਮੁੜ ਆਉਂਦੇ ਹਾਂ, ਦੇਖਦੇ ਹਾਂ ਇਸ ਵਿੱਚ ਕਵੀ ਸਾਨੂੰ ਕੀ ਕਹਿਣਾ ਚਾਹੁੰਦੇ ਹਨ। ਮਾਂ ਬੋਲੀ ਪੰਜਾਬੀ ਸਾਡੀ, ਇਸ ਤੋਂ ਵਾਰੇ ਜਾਈਏ। ਮਾਂ ਬੋਲੀ ਤੋਂ ਭਾਵ ਇੱਕ ਬੱਚਾ ਆਪਣੇ ਜਨਮ ਤੋਂ ਬਾਅਦ ਜਿਹੜੀ ਭਾਸ਼ਾ ਆਪਣੀ ਮਾਂ ਆਪਣੇ ਪਰਿਵਾਰ ਤੋਂ ਸਿੱਖਦਾ ਹੈ, ਉਸ ਨੂੰ ਮਾਂ ਬੋਲੀ ਆਖਦੇ ਨੇ। ਤੇ ਅਸੀਂ ਪੰਜਾਬ ਦੇ ਵਾਸੀ ਹਾਂ ਤੇ ਸਾਡੀ ਮਾਂ ਬੋਲੀ ਪੰਜਾਬੀ ਹੈ। ਇਸ ਤੋਂ ਵਾਰੇ ਜਾਈਏ, ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਵਾਰੇ ਜਾਣਾ ਚਾਹੀਦਾ ਹੈ, ਭਾਵ ਕੁਰਬਾਨ ਹੋਣਾ ਚਾਹੀਦਾ ਹੈ। ਮਾਂ ਬੋਲੀ ਵਿੱਚ ਕਰੀਏ ਗੱਲਾਂ, ਸਾਨੂੰ ਆਪਣੀ ਆਮ ਜੀਵਨ ਦੀ ਗੱਲਾਂ, ਆਪਣੇ ਦੁੱਖ ਸੁੱਖ ਇੱਕ ਦੂਸਰੇ ਨਾਲ ਸਾਂਝੇ ਆਪਣੀ ਮਾਂ ਬੋਲੀ ਵਿੱਚ ਹੀ ਕਰਨੇ ਚਾਹੀਦੇ ਹਨ। ਇਸ ਦਾ ਮਾਣ ਵਧਾਈਏ। ਜਦੋਂ ਅਸੀਂ ਆਪਣੀ ਆਮ ਰੋਜ਼ ਦੀਆਂ ਗੱਲਾਂ ਆਪਣੀ ਮਾਂ ਬੋਲੀ ਵਿੱਚ ਕਰਾਂਗੇ ਤੇ ਇਸ ਬੋਲੀ ਦਾ ਮਾਣ ਵਧੇਗਾ। ਸਾਨੂੰ ਆਪਣੀ ਬੋਲੀ ਦਾ ਮਾਣ ਵਧਾਉਣਾ ਚਾਹੀਦਾ ਹੈ, ਸਤਿਕਾਰ ਕਰਨਾ ਚਾਹੀਦਾ ਹੈ। ਬੋਲੀਏ ਬੇਸ਼ੱਕ ਹੋਰ ਭਾਸ਼ਾਵਾਂ, ਸਾਨੂੰ ਹੋਰ ਭਾਸ਼ਾਵਾਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਅਸੀਂ ਕਿਸੇ ਅਣਜਾਣ ਵਿਅਕਤੀ ਨਾਲ ਜਾਂ ਕਿਸੇ ਬਾਹਰਲੇ ਦੇਸ਼ ਦੇ ਵਿਅਕਤੀ ਨਾਲ ਜਦੋਂ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਉਸ ਦੀ ਭਾਸ਼ਾ ਵਿੱਚ ਸਾਨੂੰ ਬੋਲਣਾ ਪੈਂਦਾ ਹੈ। ਇਸ ਕਰਕੇ ਸਾਨੂੰ ਦੂਸਰੀ ਭਾਸ਼ਾਵਾਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ, ਪਰ ਇਹ ਨਾ ਮਨੋਂ ਭੁਲਾਈਏ। ਪਰ ਆਪਣੀ ਮਾਤ ਭਾਸ਼ਾ ਨੂੰ ਆਪਣੇ ਦਿਲੋਂ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ, ਇਸ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ। ਦੇਸ਼ ਵਿਦੇਸ਼ ਜਿੱਥੇ ਵੀ ਰਹੀਏ, ਗੀਤ ਇਸ ਦੇ ਗਾਈਏ। ਅਸੀਂ ਭਾਵੇਂ ਆਪਣੇ ਦੇਸ਼ ਵਿੱਚ ਰਹੀਏ, ਆਪਣੇ ਭਾਰਤ ਦੇਸ਼ ਵਿੱਚ ਰਹੀਏ, ਭਾਵੇਂ ਵਿਦੇਸ਼ਾਂ ਵਿੱਚ ਰਹੀਏ, ਜਿਹੜੀ ਵੀ ਥਾਂ ਜਾ ਕੇ ਅਸੀਂ ਰਹਿੰਦੇ ਹਾਂ, ਸਾਨੂੰ ਆਪਣੀ ਮਾਂ ਬੋਲੀ ਨੂੰ ਆਪਣੇ ਦਿਲ ਵਿੱਚ ਰੱਖਣਾ ਚਾਹੀਦਾ ਹੈ। ਗੀਤ ਇਸ ਦੇ ਗਾਈਏ ਅਤੇ ਆਪਣੀ ਮਾਂ ਬੋਲੀ ਦੀ ਵਡਿਆਈ ਕਰਨੀ ਚਾਹੀਦੀ ਹੈ। ਆਪਣੀ ਮਾਂ ਬੋਲੀ ਨੂੰ ਉਸ ਥਾਂ 'ਤੇ ਜਾ ਕੇ ਵੀ ਉਚੇਰੇ ਯਾਦ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਆਪਣੀ ਭਾਸ਼ਾ ਦਾ ਗਿਆਨ ਕਰਵਾਉਣਾ ਚਾਹੀਦਾ ਹੈ। ਲੋਰੀਆਂ ਦੇ ਕੇ ਇਹ ਸੁਲਾਵੇ, ਸੁਹਾਗ ਘੋੜੀਆਂ ਗਾਈਏ। ਲੋਰੀਆਂ ਤੋਂ ਭਾਵ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਪਿਆਰ ਨਾਲ ਸੁਲਾਉਂਦੀ ਹੈ ਤਾਂ ਉਸ ਨੂੰ ਸੁਣਾਉਣ ਵੇਲੇ ਜਿਹੜਾ ਗੀਤ ਗਾਉਂਦੀ ਹੈ ਉਸ ਨੂੰ ਲੋਰੀ ਆਖਦੇ ਨੇ। ਤੇ ਇੱਕ ਮਾਂ ਜਦੋਂ ਗੀਤ ਗਾਉਂਦੀ ਹੈ ਤਾਂ ਉਹ ਗੀਤ ਆਪਣੀ ਮਾਤ ਭਾਸ਼ਾ ਵਿੱਚ ਹੀ ਗਾਉਂਦੀ ਹੈ। ਮੁੜ ਕੇ ਜਦੋਂ ਬੱਚਾ ਵੱਡਾ ਹੁੰਦਾ ਹੈ, ਉਸ ਦਾ ਵਿਆਹ ਕੀਤਾ ਜਾਂਦਾ ਹੈ। ਜੇਕਰ ਤਾਂ ਮੁੰਡਾ ਹੈ ਤਾਂ ਉਸ ਦੇ ਵਿਆਹ 'ਤੇ ਘੋੜੀਆਂ, ਜੇਕਰ ਕੁੜੀ ਹੈ ਤਾਂ ਉਸ ਦੇ ਵਿਆਹ 'ਤੇ ਸੁਹਾਗ ਵੀ ਆਪਣੀ ਮਾਂ ਬੋਲੀ ਵਿੱਚ ਹੀ ਗਾਏ ਜਾਂਦੇ ਨੇ। ਦੁਨੀਆ 'ਚੋਂ ਜਦ ਰੁਖਸਤ ਹੋਏ ਤੋਂ ਭਾਵ ਹੈ ਜਦ ਅਸੀਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਹੈ, ਭਾਵ ਮਰ ਜਾਣਾ ਹੈ, ਪਰਮਾਤਮਾ ਦੀ ਦਰਗਾਹ ਵਿੱਚ ਚਲੇ ਜਾਣਾ ਹੈ। ਅਤੇ ਵੈਣ ਸ਼ਬਦ ਜਦ ਕਿਸੇ ਦੁੱਖ ਦੇ, ਕਿਸੇ ਦੇ ਵਿਛੋੜੇ ਦੇ ਵਿੱਚ ਜਦੋਂ ਅਸੀਂ ਰੋਂਦੇ ਹਾਂ, ਕੁਰਲਾਉਂਦੇ ਹਾਂ, ਉਹਨਾਂ ਗੀਤਾਂ ਨੂੰ ਵੈਣ ਆਖਿਆ ਜਾਂਦਾ ਹੈ। ਕਹਿੰਦੇ ਦੁਨੀਆ 'ਚੋਂ ਜਦ ਰੁਖਸਤ ਹੋਈਏ, ਜਦੋਂ ਅਸੀਂ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਂਦੇ ਹਾਂ, ਮਰ ਜਾਂਦੇ ਹਾਂ, ਵੈਣ ਇਸ ਵਿੱਚ ਪਾਈਏ। ਜਦੋਂ ਅਸੀਂ ਕਿਸੇ ਦੇ ਲਈ ਸ਼ੋਕ ਪ੍ਰਗਟ ਕਰਦੇ ਹਾਂ, ਦੁੱਖ ਪ੍ਰਗਟ ਕਰਦੇ ਹਾਂ, ਤੇ ਉਹ ਵੈਣ ਵੀ ਆਪਣੀ ਮਾਤ ਭਾਸ਼ਾ ਵਿੱਚ ਹੀ ਗਾਏ ਜਾਂਦੇ ਹਨ। ਜਨਮ ਜਮਾਂਤਰ ਦਾ ਹੈ ਰਿਸ਼ਤਾ, ਸਾਡਾ ਆਪਣੀ ਮਾਂ ਬੋਲੀ ਨਾਲ ਰਿਸ਼ਤਾ ਜਨਮ ਤੇ ਜਮਾਂਤਰਾਂ ਦਾ ਹੈ,
ਭਾਵ ਜਦੋਂ ਇੱਕ ਬੱਚੇ ਦਾ ਜਨਮ ਕਿਸੇ ਵੀ ਪਰਿਵਾਰ ਵਿੱਚ ਹੁੰਦਾ ਹੈ ਤਾਂ ਉਹ ਪਰਿਵਾਰ ਵਾਸੀ ਇੱਕ ਦੂਸਰੇ ਨੂੰ ਵਧਾਈ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਵਿੱਚ ਹੀ ਦਿੰਦੇ ਨੇ। ਕਦਰ ਇਸ ਦੀ ਪਾਈਏ, ਸਾਨੂੰ ਆਪਣੀ ਮਾਤ ਭਾਸ਼ਾ ਦੀ ਕਦਰ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਹੈ, ਮਾਣ ਕਰਨਾ ਚਾਹੀਦਾ ਹੈ। ਮਾਂ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਹੈ। ਇਸ ਤੋਂ ਵਾਰੇ ਜਾਈਏ, ਸਾਨੂੰ ਇਸ ਤੋਂ ਵਾਰੇ ਜਾਣੇ ਚਾਹੀਦਾ ਹੈ, ਸਾਨੂੰ ਇਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਸਿੱਧਾਂ ਨਾਥਾਂ ਗੁਰੂਆਂ ਪੀਰਾਂ ਇਸ ਨੂੰ ਹੀ ਵਡਿਆਇਆ ਤੋਂ ਭਾਵ ਇਸ ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਉਚੇਰੇ ਦੱਸਿਆ। ਕਹਿੰਦੇ ਸਿੱਧਾਂ ਨੇ, ਨਾਥਾਂ, ਗੁਰੂਆਂ, ਪੀਰਾਂ, ਪੈਗੰਬਰਾਂ, ਜਿਨ੍ਹਾਂ ਨੂੰ ਅਸੀਂ ਬੜੇ ਮਾਣ ਸਤਿਕਾਰ ਨਾਲ ਯਾਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਕਿ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ। ਉਹਨਾਂ ਗੁਰੂਆਂ ਪੀਰਾਂ ਨੇ ਹੀ ਪੰਜਾਬੀ ਭਾਸ਼ਾ ਨੂੰ ਵਡਿਆਇਆ ਹੈ, ਇਸ ਨੂੰ ਇੱਜ਼ਤ ਸਤਿਕਾਰ ਤੇ ਮਾਣ ਦਿੱਤਾ ਹੈ। ਸੂਫੀ ਕਿੱਸਾ ਕਹਾਣੀਆਂ ਨੇ ਵੀ ਇਹਦੇ ਵਿੱਚ ਹੀ ਗਾਇਆ। ਸੂਫੀਕਾਰਾਂ ਨੇ, ਕਿੱਸਾਕਾਰਾਂ ਨੇ, ਕਹਾਣੀਕਾਰਾਂ ਨੇ ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਜਿਹੜਾ ਸਭ ਤੋਂ ਆਸਾਨ ਮਾਰਗ, ਸਭ ਤੋਂ ਆਸਾਨ ਮਾਧਿਅਮ, ਉਹ ਆਪਣੀ ਮਾਤ ਭਾਸ਼ਾ ਨੂੰ ਹੀ ਸਮਝਿਆ ਹੈ ਤੇ ਦੱਸਿਆ ਹੈ। ਗੁਰਮੁਖੀ ਲਿਪੀ ਦੇ ਵਿੱਚ ਲਿਖ ਕੇ, ਗੁਰਮੁਖੀ ਲਿਪੀ ਭਾਵ ਹਰ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ, ਜਿਵੇਂ ਅੰਗਰੇਜ਼ੀ ਦੀ ਲਿਪੀ ਰੋਮਨ ਅਤੇ ਹਿੰਦੀ ਦੀ ਲਿਪੀ ਦੇਵਨਾਗਰੀ। ਉਸੇ ਤਰ੍ਹਾਂ ਪੰਜਾਬੀ ਦੀ ਜਿਹੜੀ ਲਿਪੀ ਹੈ ਉਹ ਗੁਰਮੁਖੀ ਲਿਪੀ ਹੈ। ਸੁੰਦਰ ਰੂਪ ਸਜਾਈਏ, ਅਸੀਂ ਜਦੋਂ ਆਪਣੀ ਭਾਸ਼ਾ ਨੂੰ ਆਪਣੀ ਗੁਰਮੁਖੀ ਵਿੱਚ ਲਿਖਦੇ ਹਾਂ, 35 ਅੱਖਰੀ ਦੇ ਵਿੱਚ ਲਿਖਦੇ ਹਾਂ, ਤਾਂ ਉਹ ਇੱਕ ਸੁੰਦਰ ਰੂਪ ਲੈ ਜਾਂਦੀ ਹੈ। ਮਾਂ ਬੋਲੀ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਹੈ। ਇਸ ਤੋਂ ਵਾਰੇ ਜਾਈਏ, ਸਾਨੂੰ ਆਪਣੀ ਬੋਲੀ ਤੋਂ ਕੁਰਬਾਨ ਹੋਣਾ ਚਾਹੀਦਾ ਹੈ, ਸਾਨੂੰ ਆਪਣੀ ਬੋਲੀ ਤੋਂ ਵਾਰੇ ਜਾਣਾ ਚਾਹੀਦਾ ਹੈ। ਵੇਦਾਂ ਗ੍ਰੰਥਾਂ ਵਿੱਚੋਂ ਨਿਕਲੀ ਨਹੀਂ ਇਹ ਨਵੀਂ ਨਵੇਲੀ। ਇਹ ਜਿਹੜੀ ਭਾਸ਼ਾ ਹੈ ਇਹ ਵੇਦਾਂ ਗ੍ਰੰਥਾਂ ਵਿੱਚੋਂ ਨਿਕਲੀ ਹੈ। ਤੇ ਵੇਦ ਜਿਹੜੇ ਗ੍ਰੰਥ ਨੇ, ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਇਹ ਗ੍ਰੰਥ ਨੇ ਅੱਜ ਤੋਂ ਤਕਰੀਬਨ 700-800 ਸਾਲ ਪੁਰਾਣੇ ਨੇ ਤੇ ਇਹ ਭਾਸ਼ਾ ਉਹਨਾਂ ਵਿੱਚ ਵੀ ਮਿਲੀ ਸੀ। ਤੇ ਇਸ ਕਰਕੇ ਅਸੀਂ ਇਸ ਨੂੰ ਕੋਈ ਨਵੀਂ ਜਾਂ ਨਵੇਲੀ ਭਾਸ਼ਾ ਨਹੀਂ ਕਹਿ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਭਾਸ਼ਾ ਦਾ ਜਨਮ ਹੁਣੇ ਹੋਇਆ ਹੈ ਜਾਂ ਇਹ ਕੋਈ ਨਵੀਂ ਭਾਸ਼ਾ ਹੈ। ਠੁੱਕ ਨਾਲ ਹੈ ਰਾਜ ਕਰੇਂਗੀ, ਠੁੱਕ ਨਾਲ ਮਤਲਬ ਟੋਰ ਨਾਲ। ਪੰਜਾਬੀ ਦੀ ਜਿਹੜੀ ਆਪਣੀ ਭਾਸ਼ਾ ਹੈ ਇਹ ਟੋਰ ਨਾਲ ਰਾਜ ਕਰਦੀ ਹੈ, ਨਹੀਂ ਕਿਸੇ ਦੀ ਚੇਲੀ। ਇਹਨੂੰ ਆਪਣਾ ਰੂਪ ਦਿਖਾਉਣ ਲਈ ਕਿਸੇ ਹੋਰ ਭਾਸ਼ਾ ਦੀ ਮਦਦ ਨਹੀਂ ਲੈਣੀ ਪੈਂਦੀ। ਇਹ ਆਪਣੇ ਆਪ ਵਿੱਚ ਇੱਕ ਸੰਪੂਰਨ ਭਾਸ਼ਾ ਹੈ। ਸ਼ਬਦ ਇਸ ਦਾ ਹਰ ਇੱਕ ਮਿਠਾਸ ਇਸ ਦੀ ਪਾਈਏ। ਆਪਣੀ ਮਾਂ ਬੋਲੀ ਦਾ ਹਰ ਇੱਕ ਸ਼ਬਦ ਬੜਾ ਮਿੱਠਾ ਹੈ, ਮਿਠਾਸ ਇਸ ਦੀ ਪਾਈਏ। ਜਦੋਂ ਅਸੀਂ ਆਪਣੇ ਕਿਸੇ ਰਿਸ਼ਤੇਦਾਰ ਨਾਲ, ਆਪਣੇ ਮਿੱਤਰ ਨਾਲ ਆਪਣੀ ਇਹ ਭਾਸ਼ਾ ਨੂੰ ਬਿਆਨ ਕਰਦੇ ਹਾਂ, ਆਪਣੇ ਮਨ ਦੇ ਵਿਚਾਰ ਇੱਕ ਦੂਸਰੇ ਨਾਲ ਪ੍ਰਗਟ ਕਰਦੇ ਹਾਂ, ਇੱਕ ਦੂਸਰੇ ਸਾਹਮਣੇ ਬਿਆਨ ਕਰਦੇ ਹਾਂ, ਤੇ ਇੱਕ ਸਭ ਤੋਂ ਵਧੀਆ ਤੇ ਆਸਾਨ ਮਾਧਿਅਮ ਹੈ। ਕਿਉਂਕਿ ਅਸੀਂ ਆਪਣੇ ਦੁੱਖ ਤੇ ਆਪਣੇ ਸੁੱਖ ਕਦੇ ਵੀ ਕਿਸੇ ਬੇਗਾਨੀ ਭਾਸ਼ਾ ਦੇ ਵਿੱਚ ਇੱਕ ਦੂਸਰੇ ਨਾਲ ਬਿਆਨ ਨਹੀਂ ਕਰ ਸਕਦੇ। ਜੇ ਕਰਦੇ ਵੀ ਹਾਂ ਤੇ ਉਸ ਨੂੰ ਆਪਣੇ ਪੂਰੇ ਦਿਲੋਂ ਨਹੀਂ ਕਰ ਸਕਦੇ। ਤੇ ਜਦੋਂ ਅਸੀਂ ਦਿਲੋਂ ਕਰਦੇ ਹਾਂ ਤੇ ਭਾਵ ਅਸੀਂ ਆਪਣੀ ਮਾਤ ਭਾਸ਼ਾ ਨਾਲ ਹੀ ਬੋਲ ਰਹੇ ਹਾਂ। ਤੇ ਇਹ ਮਾਤ ਭਾਸ਼ਾ ਮਿੱਠੀ ਹੈ, ਭਾਵ ਇਸ ਦੇ ਵੀ ਹਰ ਇੱਕ ਸ਼ਬਦ ਦੇ ਵਿੱਚ ਪਿਆਰ ਭਰਿਆ ਹੋਇਆ ਹੈ। ਮਾਂ ਬੋਲੀ ਪੰਜਾਬੀ ਇਸ ਤੋਂ ਵਾਰੇ ਜਾਈਏ। ਸਾਡੀ ਮਾਂ ਬੋਲੀ ਹੈ ਉਹ ਪੰਜਾਬੀ ਭਾਸ਼ਾ ਹੈ। ਸਾਨੂੰ ਇਸ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਸਾਨੂੰ ਇਸ ਤੋਂ ਵਾਰੇ ਜਾਣਾ ਚਾਹੀਦਾ ਹੈ। ਸੋ ਬੱਚਿਓ, ਤੁਹਾਨੂੰ ਵੀ ਆਪਣੀ ਮਾਤ ਭਾਸ਼ਾ ਤੇ ਮਾਣ ਹੋਣਾ ਚਾਹੀਦਾ ਹੈ। ਤੁਸੀਂ ਵੀ ਆਪਣੀ ਮਾਤ ਭਾਸ਼ਾ ਦਾ ਸਤਿਕਾਰ ਕਰਨਾ ਹੈ ਅਤੇ ਉਸ ਭਾਸ਼ਾ ਦੀ ਵਰਤੋਂ ਕਰਨੀ ਹੈ। ਹੁਣ ਤੁਸੀਂ ਇਸ ਕਵਿਤਾ ਦੀ ਆਪ ਤੋਂ ਇੱਕ ਵਾਰ ਦੁਹਰਾਈ ਕਰੋ ਅਤੇ ਇਸ ਵਿਚਲੇ ਔਖੇ ਸ਼ਬਦਾਂ ਦਾ ਉਚਾਰਨ ਕਰੋ ਅਤੇ ਉਸ ਦੇ ਅਰਥ ਸਮਝੋ। ਪਾਠ ਨਾਲ ਸੰਬੰਧਿਤ ਕੰਮ ਆਪਣੀ ਪਾਠ ਪੁਸਤਕ ਤੇ ਕਰਨਾ ਹੈ। ਧੰਨਵਾਦ।